इस वेले संगत टीवी ते कम्यूनिटी मैटर्स विद ਬੱਬਲ ਮਟੌਰ ਦਾ फस्ट एपीसोड देख रहे ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਦੁਨੀਆ ਅੱਜ ਇੱਕ ਗਲੋਬਲ ਵਿਲੇਜ ਬਣ ਚੁੱਕੀ ਹੈ ਤੇ ਅਸੀਂ 7 ਸਮੁੰਦਰ ਪਾਰ ਦਾ ਸਫ਼ਰ ਕੁਝ ਘੰਟਿਆਂ ਦੇ ਵਿੱਚ ਹੀ ਤੈਅ ਕਰ ਲੈਂਦੇ ਹਾਂ। ਯੂਕੇ ਤੋਂ ਹਜ਼ਾਰਾਂ ਹੀ ਫਲਾਈਟਸ ਟੇਕ ਆਫ ਹੁੰਦੀਆਂ ਹਨ ਤੇ ਲੈਂਡ ਹੁੰਦੀਆਂ ਹਨ ਡਿਫਰੈਂਟ ਡੈਸਟੀਨੇਸ਼ਨਸ ਨੂੰ ਤੇ ਤੋਂ। ਪਰ ਗੱਲ ਇੱਥੇ ਸਭ ਤੋਂ ਵੱਡੀ ਹੈਰਾਨੀ ਵਾਲੀ ਇਹ ਹੈ ਕਿ ਉਹਨਾਂ ਡੈਸਟੀਨੇਸ਼ਨਸ ਦੇ ਵਿੱਚ ਅੰਮ੍ਰਿਤਸਰ ਇੱਕ ਡੈਸਟੀਨੇਸ਼ਨ ਸ਼ਾਮਿਲ ਕਿਉਂ ਨਹੀਂ ਹੋ ਪਾ ਰਿਹਾ। ਸਾਡੀ ਕਮਿਊਨਿਟੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਇਹ ਇੱਕ ਅਨਸੋਲਵਡ ਮਿਸਟਰੀ ਬਣ ਚੁੱਕੀ ਹੈ ਤੇ ਉਸੇ ਹੀ ਅਨਸੋਲਵਡ ਮਿਸਟਰੀ ਨੂੰ ਅਨਫੋਲਡ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹਨ ਸਰਦਾਰ ਸਤਨਾਮ ਸਿੰਘ ਜੀ, ਜੋ ਕਿ ਸਾਡੇ ਲੰਡਨ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਹਨ। ਤੇ ਦੋਸਤੋ, ਉਹਨਾਂ ਤੋਂ ਅਸੀਂ ਉਹ ਸਾਰੇ ਕਾਰਨ ਜਾਣਾਂਗੇ, ਉਹ ਬੈਕਗਰਾਉਂਡ ਜਾਣਾਂਗੇ ਕਿਉਂ ਜੋ ਫਲਾਈਟਸ ਨੇ ਅੰਮ੍ਰਿਤਸਰ ਨੂੰ ਬਾਕੀ ਹੋਰ ਫਲਾਈਟਸ ਦੇ ਤਰ੍ਹਾਂ ਜੋ ਨੋਰਮਲੀ ਨਹੀਂ ਜਾ ਪਾਈਆਂ ਪਾਸਟ ਦੇ ਵਿੱਚ, ਜਾਂ ਕਰੰਟਲੀ ਅਸੀਂ ਗੱਲ ਕਰੀਏ ਉਨੀ ਸਰਵਿਸ ਅੰਮ੍ਰਿਤਸਰ ਨੂੰ ਨਹੀਂ ਰਹੀ। ਤੇ ਨਾਲ ਦੀ ਨਾਲ ਅਸੀਂ ਜਾਣਾਂਗੇ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਦਾ ਫਿਊਚਰ ਆਫ ਫਲਾਈਟਸ ਟੂ ਅੰਮ੍ਰਿਤਸਰ। ਸਤਨਾਮ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਲੰਡਨ ਸਟੂਡੀਓ ਦੇ ਵਿੱਚ ਤੇ ਜੀ ਆਇਆਂ ਨੂੰ। ਥੈਂਕ ਯੂ ਐਂਡ ਮੈਂ ਬਹੁਤ ਧੰਨਵਾਦ ਹੈ ਕਿ ਤੁਸੀਂ ਇੱਥੇ ਬੁਲਾਇਆ ਮੈਨੂੰ ਤੇ ਥੈਂਕ ਯੂ ਜੀ। ਸਾਡਾ ਸੁਭਾਗ ਜੀ। ਇਸ ਤੋਂ ਪਹਿਲਾਂ ਜੀ ਕਿ ਮੈਂ ਸਿੱਧਾ ਜੰਪ ਕਰਾਂ ਆਪਣੇ ਜੋ ਅੱਜ ਸਾਡਾ ਐਪੀਸੋਡ ਹੈਗਾ ਆ ਕਿ ਫਲਾਈਟਸ ਟੂ ਅੰਮ੍ਰਿਤਸਰ ਦੇ ਮੁੱਦੇ ਤੇ, ਮੈਨੂੰ ਸਭ ਤੋਂ ਜ਼ਿਆਦਾ ਇੰਟਰਸਟਿੰਗ ਇੱਕ ਗੱਲ ਲੱਗੀ ਕਿ ਐਵੀਏਸ਼ਨ ਕੰਸਲਟੈਂਟ ਤੁਹਾਡਾ ਜੋ ਪ੍ਰੋਫੈਸ਼ਨ ਹੈਗਾ ਆ, ਮੈਨੂੰ ਇਹ ਅਪੀਲ ਕੀਤਾ ਕਿ ਬੜਾ ਯੂਨੀਕ ਇਹ ਪ੍ਰੋਫੈਸ਼ਨ ਹੈਗਾ ਆ, ਕਿਉਂਕਿ ਜਦੋਂ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਪੁੱਛੀਏ ਨਾ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ, ਤਾਂ ਕਹਿਣਗੇ ਡਾਕਟਰ, ਇੰਜੀਨੀਅਰ ਜਾਂ ਕਹਿਣਗੇ ਪਾਇਲਟ ਬਣਨਾ ਆ। ਬਟ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਐਵੀਏਸ਼ਨ ਕੰਸਲਟੈਂਟ ਦਾ ਜੋ ਫੀਲਡ ਹੈ ਉਹਦੇ ਬਾਰੇ ਨੌਲੇਜ ਨਹੀਂ ਹੈ, ਹੈ ਨਾ ਜੀ। ਸੋ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਕਿਸ ਤਰ੍ਹਾਂ, ਜਾਂ ਮੈਂ ਕਹਿ ਲਾਂ ਕਿ ਤੁਸੀਂ ਇਸ ਪ੍ਰੋਫੈਸ਼ਨ ਨੂੰ ਚੁਣਿਆ ਜਾਂ ਇਸ ਪ੍ਰੋਫੈਸ਼ਨ ਨੇ ਤੁਹਾਨੂੰ ਚੁਣਿਆ? ਬਹੁਤ ਸੋਹਣਾ ਕੁਐਸਚਨ ਹੈ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਡੇ ਮਾਪੇ ਜਾਂ ਸਾਰੇ ਇਹੀ ਚਾਹੁੰਦੇ ਕਿ ਅਸੀਂ ਡਾਕਟਰ ਇੰਜੀਨੀਅਰ ਬਣੀਏ, ਮੈਂ ਵੀ ਇੰਜੀਨੀਅਰ ਬਣਿਆ ਸੀ। ਅੱਛਾ ਜੀ। ਪਹਿਲਾਂ ਮੈਂ ਇੰਡੀਆ ਤੋਂ BSc ਆਨਰਸ ਕਰਕੇ ਇੱਥੇ ਆ ਕੇ ਇੰਜੀਨੀਅਰਿੰਗ ਕੀਤੀ ਜੀ। ਤੇ ਫਿਰ ਇੱਕ ਵਾਰੀ ਮੈਂ ਆਪਣਾ ਟਾਈਮ ਪਾਸ ਕਰਨ ਗਿਆ ਟਰੈਵਲ ਏਜੰਸੀ ਵਿੱਚ, ਜਦੋਂ ਤੱਕ ਮੇਰਾ ਵਰਕ ਪਰਮਿਟ ਆਉਣਾ ਸੀ। ਅੱਛਾ ਜੀ। I fell in love with the job ਤੇ ਅੱਜ 35 ਸਾਲ ਬਾਅਦ ਮੈਂ ਟਾਈਮ ਹੀ ਪਾਸ ਕਰ ਰਿਹਾ ਕਿ ਇੰਨਾ ਚੰਗਾ ਲੱਗਾ। ਤੇ ਉੱਥੋਂ ਫਿਰ ਮੇਰਾ ਸਫ਼ਰ ਸ਼ੁਰੂ ਹੋਇਆ ਟਰੈਵਲ ਏਜੰਸੀ ਤੋਂ ਜੀ, ਕੰਸਲਟੈਂਸੀ ਦਾ। ਅੱਛਾ ਜੀ। ਤੇ ਜੇ ਤੁਸੀਂ ਇਸ ਤਰ੍ਹਾਂ ਕਹੋ ਕਿ ਇਸ ਐਵੀਏਸ਼ਨ ਕੰਸਲਟੈਂਸੀ ਨੇ ਮੈਨੂੰ ਲੱਭਿਆ ਤੇ ਮੈਂ ਬੜਾ ਖੁਸ਼ਕਿਸਮਤ ਹੈ ਕਿ ਮੇਰੀ ਹੌਬੀ ਜਿਹੜੀ ਆ ਉਹ ਮੇਰਾ ਵਰਕ ਬਣ ਗਈ ਆ। ਇਹ ਗੱਲ 1998 ਦੀ ਹੈ, ਜਦੋਂ ਮੇਰਾ ਆਫਿਸ ਰੀਜਨ ਸਟਰੀਟ ਤੇ ਹੋਇਆ ਕਰਦਾ ਸੀ। ਅੱਛਾ ਜੀ। ਤੇ ਉੱਥੇ ਮੈਨੂੰ ਮੌਕਾ ਮਿਲਿਆ ਇੱਕ 에ਅਰਲਾਈਨ, ਜਦੋਂ ਕਿ ਕਾਫੀ 에ਅਰਲਾਈਨਾਂ ਸੋਵੀਅਤ ਯੂਨੀਅਨ ਤੋਂ ਨਿਕਲੀਆਂ ਨੇ ਜੀ, ਤੇ ਔਰ ਵੀ ਜਾਰਜੀਆ ਨਾਲ ਕੰਮ ਕਰਨ ਦਾ। ਅੱਛਾ ਜੀ। ਤੇ ਉਹਦੇ ਵਿੱਚ ਕਿ ਮੈਂ ਕਾਫੀ ਐਕਸਪੀਰੀਅੰਸ ਇੰਡੀਆ ਦਾ ਵੀ ਹੋ ਗਿਆ, ਡੀਲਿੰਗ ਵਿਦ ਮਿਨਿਸਟਰੀ, ਡੀਲਿੰਗ ਵਿਦ DGCA, ਡੀਲਿੰਗ ਵਿਦ ਅਦਰ ਅਥਾਰਟੀਜ਼ ਜੀ, ਤੇ UK ਵਿੱਚ ਵੀ ਜੀ। ਤੇ ਉਸ ਤੋਂ ਬਾਅਦ ਕਾਫੀ ਦੌੜ ਭੱਜ ਹੁੰਦੀ ਸੀ ਨਾ ਇਹਦੇ ਵਿੱਚ ਜੀ। ਤੇ ਫਿਰ ਇੱਕ ਇਹੋ ਜਿਹਾ ਟਾਈਮ ਆ ਗਿਆ ਕਿ ਬੱਚੇ ਛੋਟੇ ਸੀ ਜੀ, ਤੇ ਜੂਨ 2003 ਨੂੰ ਮੈਂ ਆਪਣੀ ਵਾਈਫ ਨੂੰ ਪ੍ਰੋਮਿਸ ਕੀਤਾ ਕਿ ਮੈਂ ਟਿਕ ਕੇ ਕੰਮ ਕਰਨਾ। ਅੱਛਾ ਜੀ। ਤੇ ਹੁਣ ਮੈਂ ਜਦੋਂ ਤੱਕ ਬੱਚੀਆਂ ਆ ਪੜ੍ਹ ਨਹੀਂ ਜਾਂਦੀਆਂ ਜੀ, ਯੂਨੀਵਰਸਿਟੀ ਨਹੀਂ ਚਲੇ ਜਾਂਦੀਆਂ ਜੀ, ਹਜੇ ਦਿਨ 3 ਲੰਘੇ ਸੀ। ਅੱਛਾ ਜੀ। ਕਿ ਮੈਨੂੰ ਇੱਕ ਮੇਰੇ ਦੋਸਤ ਨੇ ਜਿਹੜੇ ਕਿ ਥਾਈ 에ਅਰਵੇਜ਼ ਦੇ ਮੇਨ ਏਜੰਟ ਹੁੰਦੇ ਸੀ, ਉਹਨਾਂ ਦਾ फ़ोन आया, सतनाम जी हम अमृतसर को फ़्लाइट चलानी चाहते हैं, आपके पास थोड़ा सा एक्सपीरियंस है, आप हमारी मदद करेंगे जी। तो मैं वाइफ ਨਾਲ ਸਲਾਹ ਕਰਕੇ ਉਹਨਾਂ ਨੂੰ ਹਾਂ ਕਹਿ ਦਿੱਤੀ ਜੀ। ਉਹ ਤੋਂ ਬਾਅਦ ਫਿਰ ਜਿਹੜੇ ਮੇਰੇ ਪਹਿਲਾ ਲਿੰਕ ਬਣੇ ਹੋਏ ਸੀ, ਫਿਰ ਮੈਂ 에ਅਰਕ੍ਰਾਫਟ ਵੀ ਚਾਰਟਰ ਕੀਤਾ ਉਹਨਾਂ ਲਈ, ਕੰਮ ਉਹਨਾਂ ਦਾ ਸੀ। ਪਰ ਜਿਹੜੀ ਫਿਰ ਸਾਰੀ ਸੈਟਿੰਗ ਅਪ ਇੰਡੀਆ ਜਾ ਕੇ ਜਿਹੜੇ ਮੋਨਕ 에ਅਰਲਾਈਨ ਤੇ
ਗਏ ਨੇ ਜਾਂ ਉਹਨਾਂ ਨੂੰ ਸ਼ਾਇਦ ਮੈਨੂੰ ਇੰਡੀਆ ਵੀ ਦੇਖਿਆ ਹੋਵੇਗਾ ਸਾਰਾ ਕੁਝ। ਫਿਰ ਉਹ ਮੈਂ ਸਾਰੀ ਸੈਟਅਪ ਕੀਤੀ ਜੀ, ਕਰਾ ਕੇ ਫਿਰ ਮੈਂ ਫਲਾਈ ਜੈਟ ਲਈ ਵੀ ਕੰਮ ਕੀਤਾ ਜੀ। ਮੈਂ ਇੱਥੇ ਹੀ ਆਉਣਾ ਸੀਗਾ ਜੀ ਅੱਗੇ ਕਿ ਤੁਸੀਂ ਫਿਰ ਕਿਹੜੀਆਂ 에ਅਰਲਾਈਨਸ ਦੇ ਵਿੱਚ ਕੰਮ ਕੀਤਾ ਤੇ ਉਹਦਾ ਰੋਲ ਕੀ ਤੁਸੀਂ ਪਲੇ ਕੀਤਾ ਹੈ? ਠੀਕ, ਮੇਰਾ ਜਿਹੜੀ ਸਪੈਸ਼ਲਿਟੀ ਹੈ ਉਹ ਹੈ ਡੀਲਿੰਗ ਵਿਦ ਰੈਗੂਲੇਟਰੀ ਅਥਾਰਟੀ। ਜੀ, ਹਰ ਇੱਕ 에ਅਰਲਾਈਨ ਨੂੰ ਜਾਂ ਉਹ ਚਾਰਟਰ ਹੋਏ ਜਾਂ ਸਕੈਡਿਊਲ ਹੋਏ, ਗਵਰਨਮੈਂਟ ਤੋਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ। ਜੀ ਬਿਲਕੁਲ। ਜਿਹੜਾ ਮੇਰੀ ਸਪੈਸ਼ਲਿਟੀ ਆ, ਇਸ ਵੇਲੇ ਮੈਂ ਇੱਕ ਕਾਫੀ ਵੱਡੀ ਟੀਮ 'ਚ ਕੰਮ ਕਰ ਰਿਹਾ। ਹਰ ਇੱਕ ਦੀ ਆਪਣੀ ਆ, ਕੋਈ ਫਲਾਈਟ ਆਪਰੇਸ਼ਨ, ਕੋਈ ਗਰਾਊਂਡ ਆਪਸ, ਕੋਈ ਕੁਛ ਕਰਦਾ। ਪਰ ਮੇਰਾ ਜੋ ਹੈ ਉਹ ਰੈਗੂਲੇਟਰੀ ਅਥਾਰਟੀ ਨਾਲ ਕੰਮ ਕਰਨਾ, ਪਰਮਿਸ਼ਨਾਂ ਲੈਣੀਆਂ, ਸਾਰਾ ਕੁਛ ਕਰਨਾ, ਤੇ ਮੇਰੀ ਸਪੈਸ਼ਲਿਟੀ ਇਹ ਹੈ। ਤੇ ਜਿਹੜਾ ਮੈਂ ਕੰਮ ਕੀਤਾ, ਮੌਨਕ ਲਈ ਕੀਤਾ, ਫਲਾਈ ਜੈਟ ਲਈ ਕੀਤਾ, ਫਿਰ 1-2 ਕੈਨੇਡੀਅਨ ਕੰਪਨੀਆਂ ਲਈ ਵੀ ਕੰਮ ਕੀਤਾ, ਤੇ ਕਾਫੀ ਰੈਗੂਲੇਟਰੀ ਅਥਾਰਟੀਆਂ ਨਾਲ ਕੰਮ ਕੀਤਾ ਮੈਂ। ਠੀਕ ਹੈ। ਸੋ ਇਹਦੇ ਵਿੱਚ ਫਿਰ ਤੁਹਾਡੀਆਂ ਫਲਾਈਟਸ ਕਿੱਥੇ ਜਾਂਦੀਆਂ ਸੀਗੀਆਂ ਜੀ? ਆਲ ਓਵਰ ਵਰਲਡ ਜਾਂਦੀਆਂ ਸੀ? ਇਹ ਜ਼ਿਆਦਾਤਰ ਜਿਹੜੀਆਂ ਗਈਆਂ ਇਹ ਅੰਮ੍ਰਿਤਸਰ ਨੂੰ ਗਈਆਂ, ਯੂਰਪ ਨੂੰ ਗਈਆਂ, ਤੇ ਕੁਛ ਇੱਕ ਕੈਨੇਡਾ ਨੂੰ ਵੀ ਗਈਆਂ ਜਦੋਂ ਮੈਂ ਗਲੋਬ ਸਪੈਨ ਨਾਲ ਕੰਮ ਕੀਤਾ ਜੀ। ਤੇ ਪਰ ਇੱਥੇ ਮੈਂ ਇੱਕ ਗੱਲ ਕਹਾਂਗਾ ਕਿ ਮੈਂ ਬਹੁਤ ਫੋਰਚੂਨੇਟ ਹੈ ਕਿ ਜਿਹੜੇ ਫਾਰਮਰ UK ਸਿਵਲ ਐਵੀਏਸ਼ਨ ਅਥਾਰਟੀ ਦੇ 에ਅਰ ਪਾਲਿਸੀ ਹੈਡ ਸੀ, ਜੋ ਪਾਲਿਸੀ ਬਣਾਉਂਦੇ ਆ, ਡਾਕਟਰ ਬੈਰੀ ਹੰਫਰੀ, ਮੈਨੂੰ ਉਹਨਾਂ ਦੀ ਛਾਇਆ ਥੱਲੇ 3-4 ਸਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਵਰਜਨ ਐਟਲਾਂਟਿਕ ਵਾਸਤੇ ਦਿੱਲੀ ਦੇ ਰੂਟ ਨੈਗੋਸ਼ੀਏਟ ਕੀਤੇ ਸੀ। ਉਹਨਾਂ ਦੀ ਛਾਇਆ ਥੱਲੇ ਵੀ ਕੰਮ ਕੀਤਾ ਤੇ ਉਹਨਾਂ ਦੀ ਕਾਫੀ ਗਾਈਡੈਂਸ ਮਿਲੀ। ਕੀ ਬਾਤ। ਤੇ ਉਸ ਹਿਸਾਬ ਨਾਲ ਅੱਗੇ ਵਧਦੇ ਗਏ। ਜੀ ਬਿਲਕੁਲ ਜੀ। ਤੁਸੀਂ ਹੁਣ ਜਿਸ ਤਰ੍ਹਾਂ ਕਿਹਾ ਕਿ ਤੁਸੀਂ ਤੁਹਾਡਾ ਜ਼ਿਆਦਾਤਰ ਰੋਲ ਇਹ ਵੀ ਰਿਹਾ ਕਿ ਫਲਾਈਟਸ ਟੂ ਅੰਮ੍ਰਿਤਸਰ ਜੀ, ਹੈ ਨਾ ਜੀ। ਹੁਣ ਅਸੀਂ ਆਈਏ ਆਪਣੇ ਫਿਰ ਮੇਨ ਜੋ ਸਾਡਾ ਅੱਜ ਦਾ ਟੌਪਿਕ ਹੀ ਹੈ, ਜੋ ਇੱਕ ਬੜੀ ਦੇਰ ਤੋਂ ਕਹਿ ਲਓ ਵੀ ਸਵਾਲ ਹੈ ਸਾਡੀ ਪੰਜਾਬੀ ਕਮਿਊਨਿਟੀ ਦੇ ਮਨਾਂ ਦੇ ਵਿੱਚ, ਕਿਉਂਕਿ UK ਦੇ ਵਿੱਚ ਪੰਜਾਬੀ ਕਮਿਊਨਿਟੀ ਤਾਂ ਬਹੁਤ ਹੈ ਜੀ, ਬਟ ਫਿਰ ਉਹਨਾਂ ਦੇ ਉਹੀ ਸਵਾਲ ਨੇ ਜੋ ਸਾਡੇ ਮਨਾਂ 'ਚ ਵੀ ਨੇ ਕਿ 에ਅਰਲਾਈਨਸ ਤਾਂ ਚੱਲੀਆਂ ਪਰ ਉਹ ਕਿਤੇ ਨਾ ਕਿਤੇ ਥੋੜ੍ਹੀ ਦੇਰ ਬਾਅਦ ਰੁਕ ਜਾਂਦੀਆਂ ਸੀ। ਕੀ ਰੁਕਾਵਟਾਂ ਨੇ, ਉਹ ਕੀ ਕਾਰਨ ਨੇ ਕਿ ਜਿਹੜੀਆਂ ਫਲਾਈਟਸ ਨੇ ਉਹ UK ਤੋਂ ਅੰਮ੍ਰਿਤਸਰ ਸਕਸੈਸਫੁਲ ਨਹੀਂ ਹੁੰਦੀਆਂ ਜਾਂ ਨਹੀਂ ਹੋਈਆਂ? ਆਈ ਥਿੰਕ ਇਹਦੇ ਵਾਸਤੇ ਸਾਨੂੰ ਜ਼ਰੂਰਤ ਹੈ ਕਿ ਹਿਸਟਰੀ ਦੇਖਣ ਦੀ। ਹਾਂਜੀ। ਕਿਸੇ ਟਾਈਮ ਤੇ ਅੰਮ੍ਰਿਤਸਰ ਨੂੰ ਸਿਰਫ ਇੱਕ ਏਰੀਆਨਾ ਅਫਗਾਨ ਜਾਂਦੀ ਸੀ, ਜੋ ਸਾਡੇ ਪੁਰਾਣੇ ਸੱਜਣ ਨੇ ਉਹ ਸਾਰੇ ਜਾਣਦੇ ਨੇ। ਕੋਈ ਬਹੁਤ ਗਏ ਸੀਗੇ, 2-2 3-3 ਸਟਾਪ ਕਰਕੇ ਜਾਂਦੇ ਸੀ। ਅੱਛਾ ਜੀ। ਪਰ ਮਾਰਚ 2000 ਵਿੱਚ ਉਜ਼ਬੈਕਿਸਤਾਨ ਤੇ ਤੁਰਕਮੈਨਿਸਤਾਨ ਨੇ ਫਲਾਈਟਾਂ ਅੰਮ੍ਰਿਤਸਰ ਨੂੰ ਸ਼ੁਰੂ ਕੀਤੀਆਂ ਜੀ, ਆਪਣੀ ਕੈਪੀਟਲ ਤੋਂ, ਵੀ ਉਹ ਤਾਸ਼ਕੰਦ ਜਾਂ ਅਸ਼ਕਾਬਾਦ ਤੋਂ। ਤੇ 2005 ਤੱਕ ਅੰਮ੍ਰਿਤਸਰ ਦੀ ਚੜ੍ਹਦੀ ਕਲਾ ਸੀ ਕਿ ਵੀਕ ਦੀਆਂ 14 ਫਲਾਈਟਸ ਜਾਂਦੀਆਂ ਸੀ। ਅੱਛਾ ਜੀ। ਇੱਥੋਂ ਤੱਕ ਕਿ ਸਕੈਡਿਊਲ ਫਲਾਈਟ ਦੇ ਨਾਲ ਇੰਨੀ ਡਿਮਾਂਡ ਸੀ ਕਿ ਚਾਰਟਰ ਫਲਾਈਟਸ ਵੀ ਚੱਲਦੀਆਂ ਸੀ। ਅੱਛਾ ਜੀ। ਤੇ ਪਰ 2005 ਤੋਂ ਬਾਅਦ ਇਹ ਕੰਮ ਘਟਣਾ ਸ਼ੁਰੂ ਹੋ ਗਿਆ। ਉਹ ਕਿਉਂ ਜੀ? ਉਹਦਾ ਕਈ ਕਾਰਨ ਨੇ ਕਿ 2006 ਦੇ ਵਿੱਚ ਇੰਡੀਆ ਦੀ ਜਿਹੜੀ ਏਵੀਏਸ਼ਨ ਪਾਲਿਸੀ ਉਹ ਲਿਬਰਲਾਈਜ਼ ਕਰ ਦਿੱਤੀ ਗਈ। ਅੱਛਾ ਜੀ। 2005 ਤੱਕ ਸਿਰਫ ਇੱਕ 에ਅਰ ਇੰਡੀਆ ਸੀ ਜਿਹੜੀਆਂ ਇੰਟਰਨੈਸ਼ਨਲ ਫਲਾਈਟ ਲੌਂਗ ਹੌਲ ਕਰਦੀਆਂ ਸੀ। ਅੱਛਾ ਜੀ। ਤੇ ਬਾਕੀ ਇੰਡੀਅਨ 에ਅਰਲਾਈਨ ਮਿਡਲ ਈਸਟ ਵਗੈਰਾ ਜਾਂ ਲਾਗੇ ਛਾਗੇ ਦੀਆਂ ਡੈਸਟੀਨੇਸ਼ਨ ਕਰਦੀ ਸੀ ਜੀ। ਜਦੋਂ ਫਿਰ 2006 ਆਇਆ ਤਾਂ ਫਿਰ ਉਸ ਵੇਲੇ ਜੈਟ 에ਅਰਵੇਜ਼, ਕਿੰਗਫਿਸ਼ਰ, 에ਅਰ ਸਹਾਰਾ, ਇਹ ਸਾਰੀਆਂ 에ਅਰਲਾਈਨਾਂ ਨੂੰ ਬਾਹਰ ਜਾਣ ਦੀ ਪਰਮਿਸ਼ਨ ਮਿਲ ਗਈ। ਅੱਛਾ ਜੀ। ਪਹਿਲਾਂ ਸਿਰਫ 에ਅਰ ਇੰਡੀਆ ਕਰਦੀ ਸੀ? ਪਹਿਲਾਂ ਸਿਰਫ 에ਅਰ ਇੰਡੀਆ ਸੀ। ਇਹ ਫਿਰ ਉਸ ਵਕਤ ਡੋਮੈਸਟਿਕ ਸੀਗੀਆਂ? ਇਹ ਸਾਰੀਆਂ ਜ਼ਿਆਦਾ ਡੋਮੈਸਟਿਕ ਸੀ। ਅੱਛਾ ਜੀ। ਇਹਨਾਂ ਨੂੰ ਵੀ ਫਿਰ ਉਹ ਲਾਇਸੈਂਸ ਮਿਲ ਗਏ ਤੇ ਇਹਨਾਂ ਨੂੰ ਕਹਿ ਲਓ ਵੀ ਜਦੋਂ ਤੁਸੀਂ ਦੱਸਦੇ ਹੋ ਪਰਮਿਸ਼ਨ ਮਿਲ ਗਈ? ਹਾਂ, ਜਦੋਂ ਇਹਨਾਂ ਨੇ ਫਿਰ ਪਰਮਿਸ਼ਨ ਮਿਲ ਗਈ, ਇਹਨਾਂ ਨੇ ਇੰਟਰਨੈਸ਼ਨਲ ਫਲਾਈਟ ਕਰਨਾ ਸ਼ੁਰੂ ਕਰਤਾ। ਔਰ ਲੰਡਨ ਜੋ ਹੈ ਉਹ ਸਭ ਤੋਂ ਪ੍ਰੈਸਟੀਜੀਅਸ ਜਾਂ ਲੁਕਰੇਟਿਵ ਰੂਟ ਹੈ। ਜੀ ਬਿਲਕੁਲ। ਤੇ ਹਰ ਇੱਕ ਨੇ, ਤਿੰਨਾਂ ਨੇ ਸ਼ੁਰੂ ਕਰ ਦਿੱਤੀਆਂ ਅੰਮ੍ਰਿਤਸਰ ਦੀ, ਦਿੱਲੀ ਤੋਂ, ਲੰਡਨ ਤੋਂ ਦਿੱਲੀ ਦੀਆਂ ਫਲਾਈਟਾਂ। ਅੱਛਾ ਜੀ। ਔਰ ਲੰਡਨ ਤੋਂ ਦਿੱਲੀ ਦਾ ਫੇਅਰ ਜਿਹੜਾ ਸੀ ਉਹ 199 ਤੇ ਆ ਗਿਆ ਸੀ। ਸਿਰਫ 200 ਪਾਉਂਡ? ਫਿਰ ਸਿਰਫ 200 ਪਾਉਂਡ। ਜਿਸ ਤਰ੍ਹਾਂ ਅੱਗੇ ਕਿਸੇ ਟਾਈਮ ਤੇ ਨਿਊਯਾਰਕ ਨੂੰ ਹੁੰਦਾ ਸੀ, ਦਿੱਲੀ ਦਾ ਵੀ ਇਸ ਤਰ੍ਹਾਂ ਹੋ ਗਿਆ ਕਿ ਇੱਕ ਦੂਜੇ ਦੇ ਨਾਲ ਯਾਨੀ ਕੰਪੀਟੀਸ਼ਨ ਕਰ ਰਹੇ ਸੀਗੇ ਜੀ। ਤੇ ਉਹਦਾ ਅਸਰ ਕੀ ਪਿਆ? ਉਹਨਾਂ ਦਿਨਾਂ ਵਿੱਚ ਇੰਨੀ ਜ਼ਿਆਦਾ ਟ੍ਰੈਫਿਕ ਨਹੀਂ ਸੀ ਕਿ 3 ਫਲਾਈਟਾਂ ਪ੍ਰਾਈਵੇਟ, ਇੱਕ 에ਅਰ ਇੰਡੀਆ, ਦੈਨ ਵਰਜਨ, ਦੈਨ ਬ੍ਰਿਟਿਸ਼ ਏਅਰਵੇਜ਼, ਕਿ 5-6 ਫਲਾਈਟਾਂ
ਇੰਡੀਆ ਨੂੰ ਦਿੱਲੀ ਨੂੰ ਚੱਲਣ ਤੇ ਫੇਰ ਵੀ ਰਹੇ, ਪਰ ਅੰਮ੍ਰਿਤਸਰ ਨੂੰ ਇੱਕ ਤਾਂ ਪਹਿਲੋਂ ਸੀਜ਼ਨਲ ਟ੍ਰੈਫਿਕ ਸੀ ਕਿ ਸੀਜ਼ਨਲ ਟ੍ਰੈਫਿਕ ਦਾ ਮਾਲਕ ਕਿ ਸਤੰਬਰ ਤੋਂ ਲੈ ਕੇ ਈਸਟਰ ਤੱਕ ਜੀ ਤੁਹਾਨੂੰ ਕੋਈ ਸੀਟ ਨਹੀਂ ਸੀ ਮਿਲਦੀ ਜੀ। ਆਪਾਂ ਸੀਜ਼ਨੈਲਿਟੀ ਤੇ ਵੀ ਆਨੇ ਆ, ਜਿਸ ਤਰ੍ਹਾਂ ਤੁਸੀਂ ਗੱਲ ਕਹੀ ਕਿ ਉਹ 199 ਫੇਰ ਹੋ ਗਏ ਸੀਗੇ ਜੀ, ਸੋ ਕਿਆ ਫਿਰ ਜਿਹੜੀ ਅੰਮ੍ਰਿਤਸਰ ਦੀ ਟ੍ਰੈਫਿਕ ਸੀਗੀ ਉਹ ਵੀ ਸ਼ਿਫਟ ਹੋ ਗਈ ਸੀ ਕਿ ਅਸੀਂ ਦਿੱਲੀ ਤੋਂ ਹੀ ਜਾਈਏ ਕਿਉਂਕਿ ਚੀਪਰ ਹੋ ਗਿਆ? ਬਿਲਕੁਲ, ਕਿਉਂਕਿ ਜੇ ਤੁਹਾਨੂੰ 199 ਦਾ ਫੇਅਰ ਮਿਲ ਰਿਹਾ ਜੀ 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 ਦਿੱਲੀ ਸੋਚਦਾ 3-4 ਜਣਿਆਂ ਨੇ ਜਾਣਾ ਹੈ, ਤੁਹਾਨੂੰ 400 ਪਾਉਂਡ ਦਾ ਫੇਅਰ ਮਿਲਦਾ ਅੰਮ੍ਰਿਤਸਰ ਦਾ ਜੀ, ਤਾਂ 200 ਪਾਉਂਡ ਪਰ ਪੈਸੇਂਜਰ। ਜੇ ਜਦੋਂ ਫੈਮਿਲੀ ਕੱਲਾ ਜਾ ਰਿਹਾ ਸੀ ਅੰਮ੍ਰਿਤਸਰ ਨੂੰ, ਜੇ ਫੈਮਿਲੀ ਜਾਂਦੀ 700-800 ਪਾਉਂਡ ਬਚਦਾ ਜੀ ਜੀ, ਕਹਿੰਦੇ ਕੋਈ ਨਹੀਂ ਅਸੀਂ ਅੱਛਾ ਜੀ। ਇੱਕ ਕਾਰਨ ਤਾਂ ਇਹ ਹੋ ਗਿਆ ਹੈ ਨਾ ਜੀ। ਕਾਰਨ ਇਹ ਸੈਕੰਡ ਸੀਜ਼ਨੈਲਿਟੀ ਤੇ ਆਪਾਂ ਉਹ ਸੀਜ਼ਨੈਲਿਟੀ ਦਾ ਇਸ ਤਰ੍ਹਾਂ ਸੀ ਉਸ ਵੇਲੇ ਕਿ ਸਤੰਬਰ ਤੋਂ ਲੈ ਕੇ ਈਸਟਰ ਤੱਕ ਯਾਨੀ 24-25 ਅਪ੍ਰੈਲ ਤੱਕ ਪੂਰੀ ਟ੍ਰੈਫਿਕ ਹੁੰਦੀ ਸੀ। ਪਰ ਜਦੋਂ ਈਸਟਰ ਲੰਘਦਾ ਸੀ, ਜੇ ਸਕੂਲ ਹੌਲੀਡੇ ਲੰਘਦੇ ਸੀਗੇ, ਇੱਕਦਮ ਟੈਂਪਰੇਚਰ 45-49 ਤੱਕ ਜਾ ਪਹੁੰਚਦਾ ਤੇ ਲੋਕੀ ਬਹੁਤ ਜਾਂਦੇ ਸੀਗੇ। ਅੱਜ ਕੱਲ੍ਹ ਉਹ ਬਦਲ ਗਿਆ ਬੇਸ਼ੱਕ, ਅੱਛਾ ਜੀ, ਕਿਉਂਕਿ ਇੰਡੀਆ ਤੋਂ ਵੀ ਬਹੁਤ ਲੋਕ ਆ ਰਹੇ ਨੇ। ਉਹਨਾਂ ਦਿਨਾਂ ਵਿੱਚ ਇੰਡੀਆ ਤੋਂ ਘੱਟ ਲੋਕ ਆਉਂਦੇ ਸੀ ਜੀ, ਤੇ ਉਹ ਜਿੰਨਾ ਪੈਸਾ 8 ਮਹੀਨੇ 'ਚ ਕਮਾਉਂਦੀਆਂ ਸੀ ਏਅਰਲਾਈਨਾਂ, ਉਹ ਪਿਛਲੇ 3-4 ਮਹੀਨੇ 'ਚ ਗਵਾ ਦਿੰਦੀਆਂ ਸੀ। ਸੋ ਉਹਨਾਂ ਵਿੱਚੋਂ ਪਹਿਲਾਂ ਬੰਦ ਹੋਈ, ਜਿਨ੍ਹਾਂ ਨੇ ਰੂਟ ਛੱਡਿਆ, ਬੰਦ ਨਹੀਂ ਹੋਈ, ਰੂਟ ਛੱਡਿਆ, ਉਹ ਸੀ ਉਜ਼ਬੇਕਿਸਤਾਨ। ਅੱਛਾ ਜੀ, ਉਹਨਾਂ ਨੇ ਬਰਮਿੰਘਮ ਤੋਂ ਬੰਦ ਕਰ ਦਿੱਤਾ, ਪਰ ਲੰਡਨ ਤੋਂ ਚੱਲਦੇ ਰਹੇ। ਅੱਛਾ ਜੀ, ਤੇ ਹੌਲੀ ਹੌਲੀ ਫਿਰ ਏਅਰ ਇੰਡੀਆ ਆਈ ਜੀ। ਏਅਰ ਇੰਡੀਆ ਉਹ ਟੋਰਾਂਟੋ ਜਾਂਦੇ ਸੀ, ਉਹ ਫਲਾਈਟ ਟੋਰਾਂਟੋ ਤੋਂ ਭਰ ਜਾਂਦੀ ਸੀ, ਬਰਮਿੰਘਮ ਤੋਂ ਫਿਰ ਨਹੀਂ ਸੀ ਚੱਕਦੇ। ਪਰ ਥੋੜ੍ਹੀ ਦੇਰ ਬਾਅਦ ਉਹਨਾਂ ਨੇ ਵੀ ਬੰਦ ਕਰ ਦਿੱਤੀ। ਅੱਛਾ ਜੀ, ਤੇ ਫਿਰ ਥੋੜ੍ਹੀਆਂ ਸਹਿਕਦੇ ਸਲੋਵਾਕੀਆ ਵੀ ਚੱਲਦੀ ਰਹੀ ਜੀ, ਪਰ ਹੌਲੀ ਹੌਲੀ ਕਰਕੇ ਇੱਕੋ ਏਅਰਲਾਈਨ ਚੱਲਦੀ ਰਹੀ, ਉਹ ਤੁਰਕਮੈਨਸਤਾਨ। ਅੱਛਾ ਜੀ, ਬਾਕੀ ਲਗਭਗ ਸਾਰੀਆਂ ਅੰਮ੍ਰਿਤਸਰ ਨੂੰ ਬੰਦ ਹੋ ਗਈ। ਸੋ ਫਿਰ ਦੂਸਰਾ ਕਾਰਨ ਅਸੀਂ ਇਹ ਮੰਨੀਏ ਕਿ ਸੀਜ਼ਨੈਲਿਟੀ ਜਿਹੜੀ ਸੀਗੀ ਜੀ, ਉਹਨੇ 에ਅਰਲਾਈਨਸ ਨੂੰ ਹਿੱਟ ਕੀਤਾ ਤੇ ਪ੍ਰੋਫਿਟ ਜਿਹੜਾ 8 ਮਹੀਨੇ ਦਾ ਹੁੰਦਾ ਸੀ ਅੱਗੇ ਉਹ ਡਿਸੋਲਵ ਹੋ ਜਾਂਦਾ ਸੀਗਾ ਤੇ ਮਤਲਬ ਉਹਨਾਂ ਨੂੰ ਲੱਗਿਆ ਕਿ ਇਹ ਇੱਕ ਵਾਜਬ ਰੂਟ ਸ਼ਾਇਦ ਨਹੀਂ ਹੈਗਾ, ਤਾਂ ਉਹਨਾਂ ਨੂੰ ਸ਼ਾਇਦ ਹੋਰ ਰੂਟ ਮਿਲ ਜਾਣੇ ਵਾਜਬ ਸੀਗੇ, ਹਨਾ ਜੀ, ਜਿਹੜੇ ਜ਼ਿਆਦਾ ਪ੍ਰੋਫਿਟੇਬਲ ਸੀਗੇ ਜੀ। ਪਰ ਹੁਣ ਇੱਥੇ ਅਹਿਮ ਸਵਾਲ ਆ ਜਾਂਦਾ ਜੀ ਕਿ ਸੀਜ਼ਨੈਲਿਟੀ ਨੇ ਹਿੱਟ ਕੀਤੀਆਂ ਫਲਾਈਟਸ ਟੂ ਅੰਮ੍ਰਿਤਸਰ ਜੀ, ਫਿਰ ਸੀਜ਼ਨੈਲਿਟੀ ਨੇ ਜਿਹੜੀਆਂ ਫਲਾਈਟਸ ਟੂ ਇੰਡੀਆ ਜਾਂ ਮਤਲਬ ਹੋਰ ਫਲਾਈਟਸ ਸੀਗੀਆਂ ਉਹ ਕਿਉਂ ਨਹੀਂ ਹਿੱਟ ਕੀਤੀਆਂ? ਕਿਉਂਕਿ ਲੋਕ ਤਾਂ ਅਸੀਂ ਸਾਰੇ ਕਹਿ ਲਓ ਵੀ ਇੰਡੀਅਨ ਹੈਗੇ ਨੇ, ਤੇ ਫਿਰ ਕਿਉਂਕਿ ਇੱਕ ਪਾਸੇ ਦੀ ਟ੍ਰੈਫਿਕ ਕਿਉਂ ਹੋਈ, ਦੂਜੇ ਪਾਸੇ ਦੀ ਕਿਉਂ ਨਹੀਂ ਹੋਈ? ਬਹੁਤ ਗੁੱਡ ਕੁਐਸਚਨ ਹੈ ਜੀ। ਜੋ ਵੀ ਆਪਣੇ ਸਾਰੇ ਵੀਰ ਭਾਈ ਅੰਮ੍ਰਿਤਸਰ ਨੂੰ ਜਾਣ ਵਾਲੇ ਨੇ, ਉਹ ਜ਼ਿਆਦਾਤਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਨੇ ਜੀ, ਬਿਲਕੁਲ, ਤੇ ਉਹ ਜ਼ਿਆਦਾਤਰ ਇਕੋਨਮੀ ਕਲਾਸ ਟਰੈਵਲ ਕਰਦੇ ਨੇ। ਇਹ ਨਹੀਂ ਕਿ ਉਹਨਾਂ ਕੋਲ ਨਹੀਂ ਪੈਸੇ, ਕੁਦਰਤੀ ਹੈ, ਪਰ ਜਿਹੜੀਆਂ ਫਲਾਈਟਸ ਦਿੱਲੀ ਨੂੰ ਜਾਂਦੀਆਂ ਜੀ, ਉਹਨਾਂ ਫਲਾਈਟਸ ਦੇ ਉੱਤੇ ਬਿਜ਼ਨਸ ਟ੍ਰੈਫਿਕ ਵੀ ਹੈਗੀ ਆ, ਜਿਹੜੀ ਬਿਜ਼ਨਸ ਕਲਾਸ ਦੀ ਟ੍ਰੈਫਿਕ ਹੈ। ਅੱਛਾ ਜੀ, ਚਾਹੇ ਉਹ ਐਮਬੈਸੀਆਂ ਦਾ ਸਟਾਫ ਹੈ ਜਾਂ ਬਿਜ਼ਨਸਮੈਨ ਹੈ ਜਾਂ ਕੰਪਨੀਆਂ ਦਾ ਸਟਾਫ ਹੈ, ਉਹ ਚੱਲਦੇ ਨੇ ਜੀ। ਤੁਸੀਂ 4 ਸੀਟਾਂ ਜਾਂ 10 ਸੀਟਾਂ ਬਿਜ਼ਨਸ ਕਲਾਸ ਦੀਆਂ ਸੈੱਲ ਕਰ ਲਓ, ਉਹਦੇ ਮੁਕਾਬਲੇ ਤੁਹਾਨੂੰ 20 ਤੋਂ 40 ਸੀਟਾਂ ਇਕੋਨਮੀ ਦੀਆਂ ਸੈੱਲ ਕਰਨੀਆਂ ਪੈਂਦੀਆਂ ਜੀ। ਪਰ ਉਹ ਫਿਰ ਦਿੱਲੀ ਨੂੰ ਤਾਂ ਜੇ ਥੋੜ੍ਹਾ ਬਹੁਤਾ ਜੇ ਬ੍ਰੇਕ ਈਵਨ ਵੀ ਕਰ ਗਏ, ਅੰਮ੍ਰਿਤਸਰ ਨੂੰ ਸਿੱਧੀ ਲਾਸ ਸੀ, ਤੇ ਇਸ ਕਰਕੇ ਅੰਮ੍ਰਿਤਸਰ ਨੂੰ ਕਾਫੀ ਫਲਾਈਟਾਂ ਬੰਦ ਹੋ ਗਈਆਂ। ਅੱਛਾ ਜੀ, ਸੋ ਬੇਸਿਕਲੀ ਫਿਰ ਥਰਡ ਰੀਜ਼ਨ ਹੁਣ ਆ ਜਾਂਦਾ ਹੈਗਾ ਆ ਸਾਡਾ ਕਿ ਬਿਜ਼ਨਸ ਕਲਾਸ ਦੀ ਜਿਹੜੀ ਉਹਨਾਂ ਦੀਆਂ ਸੀਟਿੰਗ ਸੀਗੀਆਂ ਉਹ ਨਹੀਂ ਸੀ ਐਕਚੁਅਲੀ ਵਿਕਦੀਆਂ ਟਿਕਟਾਂ ਜੀ, ਸੋ ਉਹ ਖਾਲੀ ਜਾਂਦੀਆਂ ਸੀਗੀਆਂ ਜੀ। ਸੋ ਪਰ ਦਿੱਲੀ ਵਾਲੀਆਂ ਜਿਹੜੀਆਂ ਸੀ ਉਹ ਨਹੀਂ ਸੀ ਖਾਲੀ ਜਾਂਦੀਆਂ, ਹਨਾ, ਉਹ ਉੱਥੇ ਬਿਜ਼ਨਸ ਕਲਾਸ ਦੀ ਕਹਿ ਲਓ ਓਕੂਪੈਂਸੀ ਹੁੰਦੀ ਸੀਗੀ, ਉਧਰ ਅਨਓਕੂਪਾਈਡ ਰਹਿ ਜਾਂਦਾ ਸੀ ਅੰਮ੍ਰਿਤਸਰ ਦੇ ਲਈ। ਇਹ ਇੱਕ ਕਾਰਨ ਪਲੇ ਹੋਇਆ ਕਿਉਂਕਿ ਉਹ ਐਕਸਪੈਂਸਿਵ ਹੁੰਦੀਆਂ ਜੀ, ਉੱਥੋਂ ਪ੍ਰੋਫਿਟ ਵੀ ਆਉਣਾ ਹੁੰਦਾ ਜੀ, ਹਨਾ ਜੀ। ਸੋ ਫਿਰ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਹੁਣ ਸਾਨੂੰ ਪਤਾ ਆ ਕਿ ਸਾਡਾ ਆਹ ਰੂਟ ਹੈ ਤੇ ਇਹਦੇ ਵਿੱਚ ਸਾਡੀਆਂ ਜੋ ਬਿਜ਼ਨਸ ਕਲਾਸ ਹੈਗੀ ਹੈ ਇਹ ਸਾਡੀ ਖਾਲੀ ਜਾਂਦੀ ਹੈ, ਅਨਓਕੂਪਾਈਡ ਰਹਿ ਜਾਂਦੀ ਹੈਗੀ ਹੈ ਜੀ, ਤਾਂ ਫਿਰ ਉਹਨਾਂ ਫਲਾਈਟਸ ਨੇ ਇਸ ਤਰ੍ਹਾਂ ਕਿਉਂ ਨਹੀਂ ਸੋਚਿਆ ਕਿ ਅਸੀਂ ਬਿਜ਼ਨਸ ਕਲਾਸ ਜਿਹੜੀ ਹੈ ਇਹਨੂੰ ਰਿਪਲੇਸ ਕਰ ਦਈਏ ਇਕੋਨਮੀ ਕਲਾਸ ਦੇ ਨਾਲ, ਕਿ ਮਤਲਬ ਕਮ ਸੇ ਕਮ ਸਾਨੂੰ ਹੋਰ ਟਿਕਟਾਂ ਵਿਕ ਜਾਣਗੀਆਂ ਸਾਡੀਆਂ ਇਕੋਨਮੀ ਕਲਾਸ ਦੀਆਂ? ਬਹੁਤ ਗੁੱਡ ਕੁਐਸਚਨ ਹੈ ਜੀ। ਜੇ ਤਾਂ ਉੱਪਰੋਂ ਦੇਖੀਏ ਤਾਂ ਬਹੁਤ ਸੌਖਾ ਕੰਮ ਲੱਗਦਾ ਜੀ, ਪਰ ਜਦੋਂ ਕਿਸੇ ਵੀ ਏਅਰਕ੍ਰਾਫਟ ਦੀ, ਇਹਨੂੰ ਕਹਿੰਦੇ ਨੇ ਰੀਕਨਫਿਗਰੇਸ਼ਨ। ਅੱਛਾ ਜੀ,
ਇਹ ਸਿੰਪਲੀ ਇਹ ਨਹੀਂ ਕਿ ਸੀਟਾਂ ਕੱਢੀਆਂ ਤੇ ਦੂਜੀਆਂ ਪਾ ਦੀਆਂ, ਉੱਪਰ ਯੂਨਿਟ ਹੁੰਦੀਆਂ ਨੇ ਜੀ PSU ਜਿਹਦੇ ਵਿੱਚੋਂ ਕਿ ਆਕਸੀਜਨ ਡਿੱਗਣੀ ਹੁੰਦੀ ਜੇ ਐਮਰਜੈਂਸੀ ਵੀ ਸਾਰਾ ਕੁਛ, ਉਹ ਫਿਰ ਸਾਰਾ ਕੁਛ ਅਪਰੂਵ ਕਰਾਉਣਾ ਪੈਂਦਾ ਹੈ, ਚਾਹੇ ਉਹ ਬੋਇੰਗ ਦਾ 에ਅਰਕ੍ਰਾਫਟ ਹੋਵੇ ਜਾਂ 에ਅਰਬਸ ਦਾ ਹੋਵੇ, ਔਰ ਉਹਦੇ ਤੇ ਖਰਚਾ ਬਹੁਤ ਹੁੰਦਾ ਹੈ। ਅੱਛਾ ਜੀ। ਇੱਕ ਚੀਜ਼ ਤਾਂ ਇਹ ਹੋ ਗਈ। ਦੂਸਰੀ ਚੀਜ਼ ਇਹ ਆ ਕਿ ਜਿੱਦਾਂ ਸਪੋਜ਼ ਕਰ ਲਓ 에ਅਰ ਇੰਡੀਆ ਲੈ ਲਓ जी। एयर इंडिया को बिजनेस क्लास भी है, इकोनॉमी क्लास भी है। वो एयरक्राफ्ट जाएगा दिल्ली, अमृतसर, बर्मिंघम। अज वो चलिया अमृतसर तो बर्मिंघम, कल नूं उस एयरक्राफ्ट ने शायद दिल्ली तो फ्रैंकफर्ट जाना या न्यूयॉर्क जाना, उत्थे उन्होंने बिजनेस क्लास चाहिए है। सो इन्ना सौखा नहीं है कि तुसी अज सीटां कढ़ दिओ कल दोबारा ला लो, तो वो बहुत वड्डी कॉस्ट ते बहुत वड्डा टाइम लगदा है। इस करके एयरलाइनां, और दूसरी गल आ जांदी आ, कोई कमिटेड होवे अमृतसर वास्ते कि जस असीं सिर्फ अमृतसर ऑपरेट करना आ, तो वो इस तरह कर सकदा आ। पर एयर इंडिया दा जिहड़ा हैड ऑफिस है वो वैसे अजकल तो बंबे है, पहले दिल्ली सी जो इंडियन एयरलाइन सीगा, उन्होंने ऑपरेट करने लई काफ़ी एक्सट्रा एक्सपेंस पैंदा है कि दिल्ली तो चलणगे अमृतसर, उत्थे जिहड़े कैबिन क्रू चेंज करने पैंदे आ कि वो बर्मिंघम नहीं आ सकते, सो बहुत एक्सपेंसिव पै जांदा। इस करके उन्होंने वो इन्ना ज़्यादा वायबल नहीं हैगा, जद कि वो दूसरे रूटां तो ज़्यादा पैसा कमा सकते हैं। ये नहीं कि सारे नाल कोई वितकरा कर रहे जिद्दां लोकी कहंदे जी वितकरा करते हैं, ये वितकरे वाली गल नहीं, ये सिर्फ कमर्शियल गल है कि एयर इंडिया नूं बहुत महंगा पैंदा है इस तरह रूट ऑपरेट करना। कोशिश कर रहे हैं पर वो महंगा पैंदा जी। एक गल तो तुसीं हुण ये दसी जी कि बिजनेस क्लास नूं जे रिमूव करते हैं तो एयरलाइनस ने नैक्सट डे उन्हां दा जो स्कैड्यूल हैगा, उन्होंने फिर दिल्ली जाना, फिर होर जगह भी जाना, उत्थे उन्होंने बिजनेस क्लास चाहिए है जी, है ना जी। चलो इस पॉइंट ते तां फिर नहीं वो पॉइंट बनता कि तुसीं सारी इकोनॉमी ही कर लो उहदे विच या घटा लो बिजनेस क्लास, है ना जी। पर सैकेंडली तुसीं ये भी गल नाल कही है कि जे कमिटेड कोई एयरलाइन होवे तां वो कर सकदी है, क्योंकि फिर उन्होंने पता होएगा मेरा तो रूट ही आह आ ते मेरी ट्रैफिक ही आह आ, सो मैनू ये चीज़ कढ़ के रिप्लेस करके मैनू बेनीफिट है ना जी। सो वो कमिटेड कह लो भी एयरलाइन नहीं हो पाई है ना जी अज तक जी। तो थोनू की लगता जिस तरह हुण वड्डियां एयरलाइनस ने, वर्जिन एटलांटिक हैगी है या ब्रिटिश एयरलाइनस हैगी है जी, सो उन्हां को ना तो रिसोर्सिस की कमी है जी, ना ही उन्हां को एरोप्लेन्स की कमी है, बिल्कुल है ना जी, किसी चीज़ की कोई कमी नहीं उन्हां कोल। सो जेकर उन्होंने लगता आ कि पंजाबी कम्यूनिटी काफ़ी है यूके दे विच, सो ये रूट जे इकोनॉमी क्लास असीं कर दईए कमिटेड एक परमानेंट ही ला दईए जी, सो तुहानूं लगदा नहीं है फिजिबल है? इहदे कई कारण है। अच्छा जी। पहली गल तां इह आ कि जिस तरह आपां गल कीती कि कल्ली इकोनॉमी क्लास विचों पैसा कमाना एयरलाइन लई काफ़ी औखा है। अच्छा जी। क्योंकि तुहानूं नंबर चाहिए हर वेले। दूसरी गल ये है कि एक बारी बाई चांस जो वर्जन दा इंडिया दा हैड सी, मेरी उन्हां मीटिंग हो गई उत्थे O2 ते जी, तो मैं उन्होंने वैसे क्वेश्चन पूछया कि तुसीं अमृतसर दी फ्लाइट क्यों नहीं शुरू करदे जी। उन्हां दा आंसर सी कि जाके अपने MP नूं लिखो कि सानूं हीथरो नूं 3rd रनवे दी परमिशन मिल जाए तां जो सानूं होर स्लॉट्स मिल जाण। अच्छा जी। जिहड़ियां स्लॉट्स हीथरो ते आ वो बहुत महंगियां ने अच्छा ते वो है नहीं गियां, तो वो कह रहे थे उन्हां दा अपनी उन्हां दी जवानी है ये कि साडे कोल होर बहुत प्रॉफिटेबल रूट हैं ਜਿਹੜੇ ਕਿ ਅੰਮ੍ਰਿਤਸਰ ਤੋਂ ਅੱਗੇ ਨੇ। ਇਹ ਨਹੀਂ ਕਿ ਉਹ ਕਰਨਾ ਨਹੀਂ ਚਾਹੁੰਦੇ ਜੀ, ਉਹ ਕਈ ਹੋਰ ਰੂਟਸ ਹੈਗੇ ਨੇ ਜਿੱਥੋਂ ਜ਼ਿਆਦਾ ਪੈਸਾ ਬਣ ਸਕਦਾ 에ਅਰਲਾਈਨਾਂ ਲਈ। ਤੇ ਇਸ ਕਰਕੇ ਅੰਮ੍ਰਿਤਸਰ ਨੂੰ ਜਦੋਂ ਤੱਕ ਹੀਥਰੋ ਤੇ 3rd ਰਨਵੇ ਨਹੀਂ ਬਣਦਾ ਜਾਂ ਜੋ ਵੀ ਹੈ, ਇਹ ਅਸੀਂ ਪੋਲਿਟਿਕਸ ਵਿੱਚ ਜਾਣ ਤੋਂ ਬਿਨਾਂ ਕਿ ਉਹਨਾਂ ਚਿਰ ਇੱਥੇ ਇਨਫ ਸਲੋਟਸ ਹੈ ਨਹੀਂ ਗੀਆਂ ਕਿ ਕੋਈ ਅੰਮ੍ਰਿਤਸਰ ਨੂੰ ਕਮਿਟ ਕਰੇ। ਇਹ ਹੋ ਗਿਆ ਇੱਕ ਕਾਰਨ। ਦੂਜਾ ਇਹ ਹੋ ਗਿਆ ਕਿ ਅਸੀਂ ਕਹਿੰਦੇ ਆ ਡਿਮਾਂਡ ਬਹੁਤ ਹੈ ਜੀ, ਬਿਲਕੁਲ ਸੱਚੀ ਗੱਲ ਹੈ। ਇਹ ਡਿਮਾਂਡ ਦੇ 4 ਪਹਿਲੂ ਆ ਜੀ। ਅਸੀਂ ਜੀ ਮਾਫੀ ਚਾਹਾਂਗਾ ਤੁਹਾਡੇ ਕੋਲੋਂ ਜੀ, ਤੇ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ। ਅਸੀਂ ਡਿਮਾਂਡ ਦੀ ਗੱਲ ਵੀ ਅੱਗੇ ਕਰਾਂਗੇ ਕਿਉਂਕਿ ਗੱਲਬਾਤ ਸਾਡੀ ਬੜੀ ਵਿਸਥਾਰ ਨਾਲ ਅੱਗੇ ਜਾਣੀ ਹੈਗੀ ਹੈ ਜੀ। ਸੋ
ਗੱਲ ਤੁਸੀਂ ਦੱਸਦੇ ਹੋ ਕਿ ਇਹ ਵੱਡੇ ਜਿਹੜੇ ਹੈਗੇ ਨੇ 에ਅਰਲਾਈਨਸ ਹੈਗੀਆਂ ਨੇ, ਇਹ ਰਨਵੇ ਮੰਗ ਰਹੀਆਂ ਨੇ, ਹਨਾ ਜੀ, ਰਨਵੇ ਮੰਗ ਰਹੀਆਂ, ਇਹਨਾਂ ਦਾ ਸਲੋਟਸ ਮੰਗ ਰਹੇ ਨੇ, ਸਲੋਟਸ ਮੰਗ ਰਹੇ ਆ ਜੀ ਹੀਥਰੋ ਤੇ ਇਹਨਾਂ ਦੀ ਆਪਸ ਦੇ ਵਿੱਚ ਕੰਪੀਟੀਸ਼ਨ ਵੀ ਹੋਏਗਾ ਜੀ। ਸੋ ਗੱਲ ਇਹ ਜੀ ਕਿ ਇਸ ਗੱਲ ਵਿੱਚ ਕਿੰਨੀ ਸੱਚਾਈ ਹੈਗੀ ਹੈ ਕਿ ਇਹ ਰਾਜਨੀਤੀ ਜਾਂ ਕਹਿ ਲਓ ਪੋਲਿਟਿਕਸ ਦੀ ਵੀ ਇੱਕ ਕਹਿ ਲਓ ਭੇਂਟ ਚੜਿਆ ਹੈਗਾ ਆ। ਉਹ ਇਹ ਨਹੀਂ ਪਤਾ ਹੁਣ ਕਿੱਧਰ ਦੀ ਪੋਲਿਟਿਕਸ, ਕਿ ਇੱਕ ਪੋਲਿਟਿਕਸ ਵੀ ਇਨਵੋਲਵ ਹੈਗੀ ਆ ਕਿ ਅੰਮ੍ਰਿਤਸਰ ਨੂੰ ਫਲਾਈਟਸ ਨਾ ਚੱਲਣ ਦਾ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਆ। ਇਹ ਗੱਲ ਕਿੰਨੀ ਕੁ ਜਾਇਜ਼ ਹੈਗੀ ਹੈ, ਤੁਹਾਡਾ ਕੀ ਨਜ਼ਰੀਆ ਹੈ? ਮੈਂ ਤੁਹਾਨੂੰ ਬਾਈ ਦਾ ਵੇ, ਇਹ ਮੇਰਾ ਆਪਣਾ ਪਰਸਨਲ ਓਪੀਨੀਅਨ ਹੈ ਤੇ ਮੈਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਹਿੰਦਾ, ਹਰ ਇੱਕ ਦਾ ਆਪਣਾ ਆਪਣਾ ਵਿਚਾਰ ਹੈ ਜੀ। ਮੇਰੇ ਹਿਸਾਬ ਨਾਲ ਇਹ ਜ਼ਿਆਦਾ ਕਮਰਸ਼ੀਅਲ ਡਿਸੀਜਨ ਹੈ, ਅੱਛਾ ਜੀ, ਰਾਦਰ ਦੈਨ ਪੋਲਿਟਿਕਸ। ਤੁਸੀਂ ਪੁੱਛੋਗੇ ਉਹ ਕਿਉਂ ਜੀ? ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ 2003 ਵਿੱਚ ਅੰਮ੍ਰਿਤਸਰ ਦੀਆਂ ਚਾਰਟਰ ਫਲਾਈਟਾਂ ਸ਼ੁਰੂ ਕੀਤੀਆਂ ਜੀ, ਜਿਹਦੇ ਵਿੱਚ ਕਿ ਮੈਂ ਸੈਟਅਪ ਕੀਤੀਆਂ ਦੂਸਰੀਆਂ ਕੰਪਨੀਆਂ ਲਈ, ਉਦੋਂ ਸਾਨੂੰ ਪੂਰਾ ਸਹਿਯੋਗ ਮਿਲਿਆ ਜੀ। ਉਹ ਕਿਸ ਤਰ੍ਹਾਂ ਕਿ 2003 ਤੱਕ ਚਾਰਟਰ ਫਲਾਈਟਸ ਦੇ ਉੱਤੇ ਇੰਡੀਅਨ ਪੈਸੇਂਜਰ ਨਹੀਂ ਜਾ ਸਕਦੇ ਸੀ ਜੀ ਜੀ। ਤੇ ਜਦੋਂ ਅਸੀਂ ਉਹਨਾਂ ਕੋਲ ਰਿਕੁਐਸਟ ਕੀਤੀ ਕਿ ਸਾਨੂੰ ਫਲਾਈਟਸ ਭਰ ਨਹੀਂ ਰਹੀ, ਕਿਉਂਕਿ ਹਰ ਫੈਮਿਲੀ ਦੇ ਵਿੱਚ ਇੱਕ ਕੋਈ ਨਾ ਕੋਈ ਇੰਡੀਅਨ ਹੈ, ਚਾਹੇ ਗ੍ਰੈਂਡ ਪੇਰੈਂਟਸ ਹੋ ਸਕਦੇ ਆ ਜਾਂ ਕੋਈ ਇੰਡੀਆ ਤੋਂ ਆਇਆ, ਵਾਈਫ ਇੰਡੀਆ ਤੋਂ ਆਈ, ਹਸਬੈਂਡ ਇੰਡੀਆ ਤੋਂ ਆਇਆ, ਤਾਂ ਫੈਮਿਲੀ ਟਰੈਵਲ ਨਹੀਂ ਸੀ ਕਰਦੀਆਂ ਜੀ। ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਜੀ। ਉਹਨਾਂ ਨੇ ਸਾਡੇ ਲਈ ਇਹ ਰੂਲ ਚੇਂਜ ਕਰ ਦਿੱਤਾ। ਕਿਹਨਾਂ ਨੇ ਜੀ? ਇੰਡੀਆ ਗਵਰਨਮੈਂਟ ਨੇ। ਅੱਛਾ ਜੀ। ਤੇ ਜਿਹੜੇ ਉੱਥੇ ਹੈਗੇ ਨੇ ਕਿ ਹਰ ਫਲਾਈਟ ਦੇ ਉੱਤੇ ਤੁਸੀਂ 20 ਬੰਦੇ ਲੈ ਕੇ ਆ ਸਕਦੇ ਹੋ ਜੀ, ਇੰਡੀਅਨ ਪੈਸੇਂਜਰ ਜੀ। ਫਲਾਈਟਾਂ ਭਰ ਕੇ ਜਾਣੀਆਂ ਸ਼ੁਰੂ ਹੋ ਗਈਆਂ, 2-2 ਪੈਸੇਂਜਰ 2-2 ਫਲਾਈਟਾਂ ਇੱਕ ਦਿਨ ਦੀਆਂ ਜਾਣੀਆਂ ਸ਼ੁਰੂ ਹੋ ਗਈਆਂ, ਇੰਨਾ ਹੋ ਗਿਆ। ਅੱਛਾ ਜੀ। ਤੇ ਸਾਨੂੰ ਪੂਰਾ ਸਹਿਯੋਗ ਮਿਲਿਆ ਜੀ। ਤੇ ਪਰ ਹੁਣ ਦਿੱਲੀ ਪ੍ਰਾਈਵੇਟ 에ਅਰਪੋਰਟ ਹੈ, ਅੰਮ੍ਰਿਤਸਰ ਗਵਰਨਮੈਂਟ ਦਾ 에ਅਰਪੋਰਟ ਹੈ ਜੀ, ਤੇ ਪਲੱਸ ਅੰਮ੍ਰਿਤਸਰ ਬੇਸਡ ਕੋਈ 에ਅਰਲਾਈਨ ਨਹੀਂ ਹੈ। ਕਿਸੇ ਫਲਾਈਟ ਲਈ ਦਿੱਲੀ ਤੋਂ ਜਾ ਕੇ ਅੰਮ੍ਰਿਤਸਰ ਆਪਰੇਟ ਕਰਨਾ ਉਹ ਐਕਸਟਰਾ ਖਰਚਾ ਪੈ ਜਾਂਦਾ ਦਿੱਲੀ ਅੰਮ੍ਰਿਤਸਰ ਦਾ, ਤੇ ਉਹਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਕਮਰਸ਼ੀਅਲ ਹੈ ਜੀ। ਅਗਰ ਕੋਈ ਪ੍ਰੋਪਰ ਹੋ ਸਕੇ ਕਿ ਜਿਹੜੀ ਅੰਮ੍ਰਿਤਸਰ ਬੇਸਡ ਹੋਵੇ ਜਾਂ ਬਰਮਿੰਗਮ ਬੇਸਡ 에ਅਰਲਾਈਨ ਹੋਵੇ ਤਾਂ ਇਹ ਕੰਮ ਚੱਲ ਸਕਦਾ ਹੈ। ਇਹ ਡਿਪੈਂਡ ਕਰਦਾ ਡਿਮਾਂਡ ਤੇ ਜੀ। ਤੇ ਜੀ, ਸੋ ਕਹਿਣ ਦਾ ਮਤਲਬ ਕਿ ਤੁਸੀਂ ਕਹਿੰਦੇ ਹੋ ਕਿ ਕਮਿਟਡ ਇੱਕ 에ਅਰਲਾਈਨ ਚਾਹੀਦੀ ਹੈਗੀ ਹੈ, ਫਿਰ ਕਹਿ ਲਓ ਵੀ ਇਹ ਪੋਸੀਬਲ ਹੈਗਾ ਆ, ਇਹ ਰੂਟ, ਇਹ 에ਅਰਲਾਈਨ ਫਲਾਈਟਸ ਟੂ ਅੰਮ੍ਰਿਤਸਰ ਪੋਸੀਬਲ ਹੈਗੀਆਂ ਨੇ। ਉਹਦੇ ਵਿੱਚ ਕਾਫੀ ਕੁਝ ਕਰਨਾ ਪਏਗਾ, ਦੇਖਣਾ ਪਏਗਾ ਨਜ਼ਰੀਏ ਨਾਲ। ਫਿਰ ਆਪਾਂ ਜਿਸ ਤਰ੍ਹਾਂ ਤੁਸੀਂ ਕਿਹਾ ਪਈ ਉਹਨੂੰ ਡਿਮਾਂਡ ਨੂੰ ਤੁਸੀਂ ਸੈਪਰੇਟ ਕਰਨਾ ਵਿਚਾਰਨਾ ਚਾਹੁੰਦੇ ਹੋ, ਉਸ ਡਿਮਾਂਡ ਨੂੰ ਵਿਚਾਰਨਾ ਜੀ। ਅਸੀਂ ਸਾਰੇ ਸੋਚਦੇ ਹਾਂ ਕਿ ਜੀ ਇੰਨੇ ਪੈਸੇਂਜਰ ਜਾਣਾ ਚਾਹੁੰਦੇ, ਇੰਨੀ ਡਿਮਾਂਡ ਹੈ, ਪਰ ਉਹ ਡਿਮਾਂਡ ਦੇ ਜਿਹੜੇ ਨਜ਼ਰੀਏ ਆ ਕਿ ਕੀ ਉਹ 에ਅਰਲਾਈਨ ਲਈ ਵਾਇਬਲ ਨੇ ਜੀ, from airline point of view, from regulatory point of view, from passenger point of view, and then the travel trade point of view। ਉਹ ਜਿਹੜੇ 4 ਨਜ਼ਰੀਏ ਆ ਉਹਨਾਂ ਨੂੰ ਦੇਖ ਕੇ ਫਿਰ ਡਿਸਾਈਡ ਕਰ ਸਕਦੇ ਆ ਕਿ ਇਹ ਫਲਾਈਟ ਵਾਇਬਲ ਹੈ। ਠੀਕ ਹੈ ਜੀ। ਸਤਨਾਮ ਸਿੰਘ ਜੀ, ਸਾਨੂੰ ਗੱਲਬਾਤ ਦਾ ਸਿਲਸਿਲਾ ਆਪਣੇ ਅਗਲੇ ਐਪੀਸੋਡ ਦੇ ਵਿੱਚ ਲੈ ਕੇ ਜਾਣਾ ਪਏਗਾ, ਕਿਉਂਕਿ ਸਮਾਂ ਹੁਣ ਸਾਨੂੰ ਇਸ ਤੋਂ ਅੱਗੇ ਇਜਾਜ਼ਤ ਨਹੀਂ ਦਿੰਦਾ ਅੱਜ ਦੇ ਲਈ। ਸੋ ਧੰਨਵਾਦ, ਤੁਸੀਂ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਜੁੜੇ ਤੇ ਬੜੇ ਲੰਮੇ ਸਮੇਂ ਤੋਂ ਜੋ ਅਨਸੋਲਵਡ ਮਿਸਟਰੀ ਜਿਹੜੀ ਬਣੀ ਹੋਈ ਸੀਗੀ ਜੀ ਫਲਾਈਟਸ ਟੂ ਅੰਮ੍ਰਿਤਸਰ ਦੀ, ਉਹਦੇ ਤੇ ਤੁਸੀਂ ਬੜੀ ਮੈਨੂੰ ਲੱਗਦਾ ਕਿ ਪ੍ਰੋਫੈਸ਼ਨਲ ਢੰਗ ਦੇ ਨਾਲ ਰੋਸ਼ਨੀ ਪਾਈ ਤੇ ਲੋਕਾਂ ਨੂੰ ਇਹ ਇਨਫੋਰਮੇਸ਼ਨ ਮੈਨੂੰ ਲੱਗਦਾ ਹੈ ਕਿ ਜਿਹੜੀ ਹੈ ਕਾਫੀ ਕਹਿ ਲਈ ਸਪੋਰਟ ਕਰੇਗੀ ਉਹਨਾਂ ਨੂੰ ਸਮਝਣ ਦੇ ਲਈ ਕਿ ਕੀ ਹਿਸਟਰੀ ਰਹੀ ਹੈ, ਕਿਹਨਾਂ ਕਾਰਨਾਂ ਕਰਕੇ ਜਿਹੜੀ ਅੰਮ੍ਰਿਤਸਰ ਜਿਹੜਾ ਇੱਕ ਪੱਕਾ ਡੈਸਟੀਨੇਸ਼ਨ ਨਹੀਂ ਬਣ ਪਾਇਆ ਫਲਾਈਟਸ ਦਾ। ਜੀ, ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ, ਤੁਸੀਂ ਮੈਨੂੰ ਬੁਲਾਇਆ ਜੀ, ਤੇ ਥੈਂਕ ਯੂ। ਵੈਲਕਮ ਜੀ। ਸੋ ਦੋਸਤੋ, ਅਸੀਂ ਹੁਣ ਇਹ ਗੱਲਬਾਤ ਦਾ ਸਿਲਸਿਲਾ ਅੱਗੇ ਲੈ ਕੇ ਜਾਵਾਂਗੇ ਤੇ ਅਗਲੇ ਐਪੀਸੋਡ ਦੇ ਵਿੱਚ ਇੱਥੋਂ ਹੀ ਗੱਲਬਾਤ ਸਟਾਰਟ ਕਰਾਂਗੇ ਤੇ ਅਸੀਂ ਡਿਸਕਸ ਕਰਾਂਗੇ ਕਿ ਡਿਮਾਂਡ ਕੀ ਹੈ। ਜਿਸ ਤਰ੍ਹਾਂ ਕਿ ਇਹਨਾਂ ਨੇ ਬਰੀਫ ਦੇ ਵਿੱਚ ਸਾਨੂੰ ਦੱਸਿਆ ਕਿ 4 ਪੁਆਇੰਟ ਨੇ ਡਿਮਾਂਡ ਦੇ, ਉਹ ਅਸੀਂ ਅਗਲੇ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ। ਨਿਰੰਤਰ ਜਾਰੀ ਰਹੇਗੀ ਗੱਲਬਾਤ ਤੇ ਤੁਸੀਂ ਦੇਖਣਾ ਨਾ ਭੁੱਲਿਓ ਕਮਿਊਨਿਟੀ ਮੈਟਰਸ ਵਿਦ ਬੱਬਲ ਮਟੌਰ। ਸਤਿ ਸ਼੍ਰੀ ਅਕਾਲ।